ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਇੰਟਰਸਟਿੰਗ ਤੇ ਬੜੀ ਨੌਲੇਜੇਬਲ ਪੋਇਮ ਵੇਅਰ ਦ ਮਾਈਂਡ ਇਜ਼ ਵਿਦਆਊਟ ਫੀਅਰ, ਰਿਟਨ ਬਾਏ ਰਵਿੰਦਰਨਾਥ ਟੈਗੋਰ। ਬਹੁਤ ਹੀ ਅੱਛੀ ਪੋਇਮ ਜਿਹਦੇ ਵਿੱਚ ਉਹਨਾਂ ਨੇ ਆਜ਼ਾਦੀ ਦੀ ਜਾਗਰਤੀ ਲਿਆਉਣ ਬਾਰੇ ਗੱਲ ਕੀਤੀ ਹੈ ਤੇ ਉਹਨਾਂ ਨੇ ਇੱਥੇ ਦੱਸਿਆ ਹੈ ਕਿ ਉਹ ਕਿਹੋ ਜਿਹੀ ਆਜ਼ਾਦੀ ਚਾਹੁੰਦੇ ਹਨ। ਲੈਟਸ ਸਟਾਰਟ। This poem is an earnest prayer to God। ਇਹ ਕਵਿਤਾ ਪਰਮਾਤਮਾ ਵੱਲ ਇੱਕ ਗੰਭੀਰ ਅਰਦਾਸ ਹੈ, ਬੇਨਤੀ ਹੈ, ਪ੍ਰਾਰਥਨਾ ਹੈ। where the poet prays, ਜਿੱਥੇ ਕਿ ਕਵੀ ਅਰਦਾਸ ਕਰਦਾ ਹੈ to God, ਰੱਬ ਵੱਲ, to bless his motherland, ਕਿ ਉਸ ਦੀ ਮਾਤ ਭੂਮੀ ਨੂੰ ਉਹ ਆਸ਼ੀਰਵਾਦ ਦੇਵੇ, ਭਾਵ ਨਿਵਾਜੇ, with that awakening freedom, ਕਿ ਉਸ ਫਰੀडम ਦੀ ਜਾਗਰਤੀ ਦੇ ਨਾਲ, ਕਿ ਲੋਕਾਂ ਦੇ ਵਿੱਚ ਜਾਗਰਤੀ ਆਵੇ ਕਿ ਉਹ ਇਹੋ ਜਿਹੀ ਫਰੀडम ਪ੍ਰਾਪਤ ਕਰਨ, which may drive away all fear, divisions among men, curbs on knowledge and truth। ਅਜਿਹੀ ਆਜ਼ਾਦੀ ਜੋ ਕਿ ਉਹਨਾਂ ਦੇ ਡਰ, ਮਨੁੱਖਾਂ ਦੇ ਵਿਚਕਾਰ ਵੰਡ, ਗਿਆਨ ਅਤੇ ਸੱਚ ਉੱਤੇ ਕੰਟਰੋਲ। ਸੋ ਕਵੀ ਅਜਿਹੀ ਆਜ਼ਾਦੀ ਦੀ ਮੰਗ ਕਰਦਾ ਹੈ ਜਿਨ੍ਹਾਂ ਨਾਲ ਇਹ ਸਾਰੀਆਂ ਮਾੜੀਆਂ ਚੀਜ਼ਾਂ ਦੂਰ ਹੋ ਜਾਣ। He wants that God may bless his countrymen with reason, desire for perfection and freedom from dogma and inertia। ਰਵਿੰਦਰਨਾਥ ਟੈਗੋਰ ਜੀ ਚਾਹੁੰਦੇ ਹਨ ਕਿ ਪਰਮਾਤਮਾ ਉਹਨਾਂ ਦੇ ਦੇਸ਼ ਵਾਸੀਆਂ ਨੂੰ ਅਜਿਹਾ ਆਸ਼ੀਰਵਾਦ ਦੇਵੇ ਜਿਨ੍ਹਾਂ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਆਪਣੇ ਕੰਮਾਂ ਪ੍ਰਤੀ ਨਿਪੁੰਨਤਾ ਦਾ ਖਿਆਲ ਅਤੇ ਉਹਨਾਂ ਦੇ ਮਨਾਂ ਵਿੱਚ ਰੂੜੀਵਾਦੀ ਸੋਚ, ਭਾਵ ਪੁਰਾਣੀ ਤੇ ਸੋੜੀ ਸੋਚ ਅਤੇ ਆਲਸ ਦਾ ਤਿਆਗ ਹੋਵੇ। ਸੋ ਇਸ ਤੋਂ ਪਹਿਲਾਂ ਕਿ ਇਹ ਪੋਇਮ ਪੜ੍ਹਨੀ ਸ਼ੁਰੂ ਕਰੀਏ, ਕੁਝ ਇਸ ਪੋਇਮ ਦੇ ਨਾਲ ਜੁੜੀਆਂ ਹੋਈਆਂ ਰੋਚਕ ਗੱਲਾਂ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਪਹਿਲੀ ਗੱਲ ਇਹ ਕਿ ਇਹ ਪੋਇਮ ਰਵਿੰਦਰਨਾਥ ਟੈਗੋਰ ਜੀ ਦੁਆਰਾ ਇੰਡੀਆ ਦੀ ਇੰਡੀਪੈਂਡੈਂਸ ਤੋਂ ਪਹਿਲਾਂ ਲਿਖੀ ਗਈ ਸੀ, ਜਿਹਦੇ ਵਿੱਚ ਉਹ ਇੱਕ ਆਜ਼ਾਦੀ ਨੂੰ ਚਿਤਰਿਤ ਕਰਦੇ ਹਨ ਕਿ ਆਜ਼ਾਦੀ ਕਿਹੋ ਜਿਹੀ ਉਹਨਾਂ ਨੂੰ ਚਾਹੀਦੀ ਹੈ। ਇਹ ਪੋਇਮ ਪਹਿਲ 1910 ਵਿੱਚ ਬੰਗਾਲੀ ਭਾਸ਼ਾ ਵਿੱਚ ਲਿਖੀ ਗਈ ਸੀ ਤੇ ਉਹਨੂੰ ਪਬਲਿਸ਼ ਕੀਤਾ ਗਿਆ ਸੀ ਤੇ ਇਸ ਨੂੰ ਬਾਅਦ ਵਿੱਚ ਗੀਤਾਂਜਲੀ ਕਿਤਾਬ ਦੇ ਵਿੱਚ 1910 ਵਿੱਚ ਮਿਲਾ ਲਿਆ ਗਿਆ ਤੇ ਫਿਰ ਟੈਗੋਰ ਜੀ ਨੇ ਆਪ ਹੀ ਇਸ ਦੀ ਟਰਾਂਸਲੇਸ਼ਨ ਇੰਗਲਿਸ਼ ਵਿੱਚ ਕੀਤੀ 1912 ਦੇ ਵਿੱਚ ਤੇ ਗੀਤਾਂਜਲੀ ਬੁੱਕ ਦੇ ਵਿੱਚ ਇਹ 35ਵੀਂ ਪੋਇਮ ਹੈ, ਯਾਨੀ ਪੋਇਮ ਨੰਬਰ 35। 1917 ਦੇ ਵਿੱਚ ਕਲਕੱਤੇ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਵਿੱਚ ਇਸ ਨੂੰ ਇੰਡੀਅਨ ਪ੍ਰੇਅਰ ਵਜੋਂ ਟੈਗੋਰ ਜੀ ਨੇ ਖੁਦ ਇਸ ਦਾ ਇੰਗਲਿਸ਼ ਵਰਜ਼ਨ ਪੜ੍ਹਿਆ ਸੀ ਤੇ ਜਦੋਂ 2010 ਵਿੱਚ US ਪ੍ਰੈਜ਼ੀਡੈਂਟ ਬਰਾਕ ਓਬਾਮਾ ਇੰਡੀਆ ਆਏ ਸੀ ਤਾਂ ਉਹਨਾਂ ਨੇ ਇੰਡੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਇਸੇ ਹੀ ਪੋਇਮ ਦੀਆਂ ਕੁਝ ਲਾਈਨਸ ਕੋਟ ਕੀਤੀਆਂ ਸਨ। ਸੋ ਆਓ ਹੁਣ ਅਸੀਂ ਇਸ ਪੋਇਮ ਦਾ ਆਨੰਦ ਮਾਣੀਏ। Where the mind is without fear and the head is held high। ਹੁਣ ਕਿਉਂਕਿ ਇਹ ਪੋਇਮ ਆਜ਼ਾਦੀ ਤੋਂ ਪਹਿਲਾਂ ਦੀ ਲਿਖੀ ਗਈ ਹੈ, ਸੋ ਇਸ ਪੋਇਮ ਵਿੱਚ ਇੱਕ ਆਜ਼ਾਦੀ ਪ੍ਰਤੀ ਆਸ ਦਿਖਾਈ ਗਈ ਹੈ ਕਿ ਸਾਨੂੰ ਆਜ਼ਾਦੀ ਕਿਸ ਤਰ੍ਹਾਂ ਦੀ ਚਾਹੀਦੀ ਹੈ। ਰਵਿੰਦਰਨਾਥ ਟੈਗੋਰ ਜੀ ਲਿਖਦੇ ਹਨ ਕਿ ਆਜ਼ਾਦੀ ਉਸ ਤਰ੍ਹਾਂ ਦੀ ਚਾਹੀਦੀ ਹੈ ਜਿੱਥੇ ਹਰ ਇੱਕ ਭਾਰਤ ਵਾਸੀ ਦਾ ਜਿਹੜਾ ਮਾਈਂਡ ਹੈ, ਦਿਲ, ਦਿਮਾਗ, ਉਹ ਫੀਅਰ ਤੋਂ ਰਹਿਤ ਹੋਵੇ, ਭਾਵ ਉਹਨੂੰ ਕੋਈ ਵੀ ਡਰ ਨਾ ਲੱਗੇ, ਨਾ ਹੀ ਕੋਈ ਸੋਸ਼ਲ, ਇਕਨੋਮਿਕਲ ਔਰ ਪੋਲੀਟੀਕਲ ਡਰ ਉਹਦੇ ਮਨ ਵਿੱਚ ਹੋਵੇ। ਐਂਡ ਦ ਹੈਡ ਇਜ਼ ਹੈਲਡ ਹਾਈ, ਅਤੇ ਉਹ ਉਸ ਆਜ਼ਾਦੀ ਦੇ ਵਿੱਚ ਆਪਣਾ ਸਿਰ ਉੱਚਾ ਕਰਕੇ ਜੀ ਸਕੇ, ਭਾਵ ਉਹਨੂੰ ਪਤਾ ਹੋਵੇ ਕਿ ਉਹ ਆਜ਼ਾਦ ਹੈ, ਉਸ ਦੇ ਅੰਦਰ ਕੌਨਫੀਡੈਂਸ ਹੋਵੇ ਆਪਣੇ ਪ੍ਰਤੀ ਕਿ ਉਹ ਜੋ ਵੀ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ। ਵੇਅਰ ਨੌਲੇਜ ਇਜ਼ ਫ੍ਰੀ। ਹੁਣ ਇੱਥੇ ਫ੍ਰੀ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਮੁਫਤ, ਕਿ ਹਰ ਚੀਜ਼ ਤੁਹਾਨੂੰ ਮੁਫਤ ਮਿਲੇਗੀ। ਇੱਥੇ ਫ੍ਰੀ ਦਾ ਮਤਲਬ ਹੈ ਮੁਕਤ, ਭਾਵ ਕਿ ਨੌਲੇਜ ਕਿਸੇ ਖਾਸ ਸੁਸਾਇਟੀ ਦੇ ਨਾਲ ਨਹੀਂ ਜੁੜੀ ਹੋਏਗੀ, ਉਹ ਹਰ ਇੱਕ ਵਿਅਕਤੀ ਲਈ ਹੋਏਗੀ। ਮੀਨਸ the knowledge will be free from any caste and creed। means the knowledge will be free from the shackles। shackles ਹੁੰਦਾ ਹੈ ਬੇੜੀਆਂ, ਜੰਜੀਰਾਂ, ਕਿ knowledge will be free from the shackles of any caste and creed, ਕਿ ਕਿਸੇ ਵੀ ਜ਼ਾਤ ਜਾਂ ਨਸਲ ਦੇ ਬੰਧਨਾਂ ਤੋਂ ਨੌਲੇਜ ਫ੍ਰੀ ਹੋਵੇਗੀ। where the world has not been broken up into fragments by narrow domestic walls, ਕਿ ਅਜਿਹਾ ਸਮਾਜ ਸਿਰਜੇਗਾ ਜਿਹਦੇ ਵਿੱਚ ਸਮਾਜ
ਤੰਗ ਦਿਲੀ, ਸੋੜੀ ਸੋਚ, ਜ਼ਾਤ ਪਾਤ ਦੀਆਂ ਤੰਗ ਘਰੇਲੂ ਦੀਵਾਰਾਂ ਵਿੱਚ ਨਾ ਵੰਡਿਆ ਹੋਵੇ, ਭਾਵ ਸਾਰੇ ਵਿਅਕਤੀ ਬਰਾਬਰ ਹੋਣ। where words come out from the depth of truth। ਸੋ ਰਵਿੰਦਰਨਾਥ ਟੈਗੋਰ ਜੀ ਅਜਿਹੇ ਆਜ਼ਾਦ ਦੇਸ਼ ਦੀ ਕਾਮਨਾ ਕਰਦੇ ਹਨ ਜਿੱਥੋਂ ਦੇ ਵਸਨੀਕ ਸੱਚ ਦਾ ਪੱਲਾ ਨਾ ਛੱਡਣ, ਭਾਵ ਸਦਾ ਸੱਚ ਬੋਲਣ। ਉਹਨਾਂ ਦੇ ਵਿਚਾਰਾਂ ਉੱਤੇ ਕਿਸੇ ਹੋਰ ਚੀਜ਼, ਭਾਵ ਰੁਤਬਾ, ਜ਼ਾਤ ਪਾਤ, ਧਰਮ, ਉਹਨਾਂ ਦਾ ਸੋਸ਼ਲ ਸਟੇਟਸ ਜਾਂ ਪੋਲੀਟੀਕਲ ਸਟੇਟਸ, ਇਹਨਾਂ ਚੀਜ਼ਾਂ ਦਾ ਉਹਨਾਂ ਦੇ ਵਿਚਾਰਾਂ ਤੇ ਅਸਰ ਨਾ ਹੋਵੇ। ਸੋ ਹਰ ਇੱਕ ਚੀਜ਼ ਨੂੰ ਸੱਚ ਦੀ ਛਾਨਣੀ ਦੇ ਵਿੱਚ ਪਾ ਕੇ ਦੇਖ ਸਕਣ ਅਤੇ ਬਿਨਾਂ ਕਿਸੇ ਭੇਦਭਾਵ ਦੇ ਉਹ ਸੱਚ ਹੀ ਬੋਲਣ। where tireless striving, tireless ਹੁੰਦਾ ਅਣਥੱਕ, striving ਹੁੰਦਾ ਪ੍ਰਯਾਸ ਕਰ ਰਿਹਾ। ਸੋ ਜਿੱਥੇ ਕੋਈ ਅਣਥੱਕ ਵਿਅਕਤੀ ਪ੍ਰਯਾਸ ਕਰ ਰਿਹਾ ਹੋਵੇ, stretches its arms towards perfection, ਆਪਣੀਆਂ ਬਾਹਾਂ ਨੂੰ ਪਰਫੈਕਸ਼ਨ ਦੇ ਵੱਲ ਪਸਾਰਦਾ ਹੋਇਆ, ਕਿ ਉਹਦੇ ਦਿਮਾਗ ਵਿੱਚ ਹੋਵੇ ਕਿ ਉਹਨੇ ਹਰ ਚੀਜ਼ ਵਿੱਚ ਪਰਫੈਕਸ਼ਨ ਲੱਭਣੀ ਹੈ, ਭਾਵ ਉਹਨੇ ਆਪਣੇ ਪ੍ਰੋਫੈਸ਼ਨ ਵਿੱਚ ਤਰੱਕੀ ਕਰਨੀ ਹੈ, ਜਾਂ ਜਿਹੜੇ ਵੀ ਕੰਮ ਨੂੰ ਉਹ ਹੱਥ ਪਾਵੇ ਉਹਦੇ ਵਿੱਚ ਉਹ ਅੱਗੇ ਜਾਣ ਬਾਰੇ ਸੋਚੇ, ਅੱਗੇ ਵਧਣ ਬਾਰੇ ਸੋਚੇ, ਜੋ ਕਿ ਆਜ਼ਾਦੀ ਤੋਂ ਪਹਿਲਾਂ ਪੋਸੀਬਲ ਨਹੀਂ ਸੀ। where the clear stream of reason has not lost its way into the dreary desert sand of dead habit। ਸੋ ਇੱਥੇ ਇੱਕ ਗੱਲ ਸਮਝਣ ਵਾਲੀ ਇਹ ਹੈ ਕਿ ਪਹਿਲਾਂ ਵਾਲੇ ਇੰਡੀਆ ਦੇ ਵਿੱਚ ਲੋਕਾਂ ਦੀ ਰੀਜ਼ਨਿੰਗ ਪਾਵਰ ਘੱਟ ਸੀ, ਭਾਵ ਉਹ ਕਿਸੇ ਵੀ ਇਨਸੀਡੈਂਟ ਨੂੰ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਆਪਣੇ ਸੈਟ ਬਿਲੀਫਸ ਦੇ ਨਾਲ ਸੋਚਦੇ ਸੀ, ਆਪਣੇ ਰੂੜੀਵਾਦੀ ਵਿਚਾਰਾਂ ਦੇ ਨਾਲ ਸੋਚਦੇ ਸੀ, ਭਾਵ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਨਾਲ ਸਾਡਾ ਇਹ ਸਮਾਜ ਭਰਿਆ ਹੋਇਆ ਸੀ, ਜਿਹਦੇ ਪਿੱਛੇ ਇੰਡੀਆ ਦੇ ਲੋਕ ਕਿਸੇ ਤਰ੍ਹਾਂ ਦਾ ਵੀ ਕੋਈ ਲੌਜਿਕ ਲਗਾਉਣਾ ਪਸੰਦ ਨਹੀਂ ਕਰਦੇ ਸਨ। ਸੋ ਇੱਥੇ ਰਵਿੰਦਰਨਾਥ ਟੈਗੋਰ ਜੀ ਇਹ ਕਹਿ ਰਹੇ ਹਨ ਕਿ ਜਦੋਂ ਆਜ਼ਾਦੀ ਮਿਲੇ, where the clear stream of reason, ਤਾਂ ਉਸ ਆਜ਼ਾਦੀ ਦੇ ਵਿੱਚ ਇਹ ਲੋਕਾਂ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਵਾਲੀ ਜੋ ਨਦੀ ਹੈ, ਜੋ ਕਲੀਅਰ ਨਦੀ ਹੈ, has not lost its way into the dreary desert sand of dead habit। ਤੇ ਲੋਕਾਂ ਦੇ ਵਿੱਚ ਜੋ ਬੁਰੀ ਆਦਤ ਹੈ ਕਿਸੇ ਵੀ ਚੀਜ਼ ਨੂੰ ਨਾ ਵਿਚਾਰਨ ਦੀ, ਕਿਸੇ ਵੀ ਚੀਜ਼ ਨੂੰ ਵਿਚਾਰਨ ਤੋਂ ਬਿਨਾਂ ਹੀ ਉਸ ਨੂੰ ਫੋਲੋ ਕਰਨ ਦੀ, ਉਹ ਵਾਲੀ ਆਦਤ ਦੇ ਨਾਲ ਕਿਤੇ ਇਹ ਨਾ ਹੋਵੇ ਕਿ ਇਹ ਜੋ ਕਲੀਅਰ ਸਟਰੀਮ ਆਫ ਰੀਜ਼ਨ ਹੈ ਆਪਣਾ ਰਸਤਾ ਖੋ ਬੈਠੇ, ਉਹ ਇੱਕ ਨੀਰਸ ਜਿਹੇ ਰੇਗਿਸਤਾਨ ਦੇ ਵਿੱਚ ਆਪਣੇ ਆਪ ਨੂੰ ਗੁਮਾ ਲਵੇ। ਸੌਖੇ ਸ਼ਬਦਾਂ ਵਿੱਚ ਰਵਿੰਦਰਨਾਥ ਟੈਗੋਰ ਜੀ ਇਹ ਚਾਹੁੰਦੇ ਸਨ ਕਿ ਇੰਡੀਆ ਦੇ ਲੋਕ ਆਪਣੇ ਵਹਿਮ ਭਰਮ, ਪੁਰਾਣੇ ਰੂੜੀਵਾਦ ਵਿਚਾਰ ਛੱਡਣ ਅਤੇ ਨਵੀਂ ਸੋਚ ਦੇ ਧਾਰਨੀ ਬਣ ਕੇ ਆਧੁਨਿਕ ਸਮਾਜ ਦੇ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਆਪਣੇ ਦੇਸ਼ ਨੂੰ ਅੱਗੇ ਤਰੱਕੀਆਂ ਦੀ ਰਾਹ ਵਿੱਚ ਲੈ ਜਾਣ, ਭਾਵ ਉਹ ਦੇਸ਼ ਦੀ ਤਰੱਕੀ ਦੇ ਨਾਲ ਦੇਸ਼ ਦੇ ਲੋਕਾਂ ਦੀ ਵਿਚਾਰਾਂ ਦੀ ਤਰੱਕੀ ਦੀ ਵੀ ਗੱਲ ਕਰਦੇ ਹਨ। where the mind is led forward by thee into ever widening thought and action। ਰਵਿੰਦਰਨਾਥ ਟੈਗੋਰ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਅਜਿਹੀ ਆਜ਼ਾਦੀ ਚਾਹੀਦੀ ਹੈ ਜਿਨ੍ਹਾਂ ਨਾਲ ਉਹਨਾਂ ਦੇ ਮਨ, ਮਸਤਿਸ਼ਕ, ਦਿਮਾਗ ਦੇ ਵਿੱਚ ਖੁੱਲੀ ਸੋਚ ਅਤੇ ਉਸਾਰੂ ਸੋਚ ਵਾਲੇ ਵਿਚਾਰ ਆਣ ਅਤੇ ਉਹਨਾਂ ਵਿਚਾਰਾਂ ਤੇ ਹੀ ਉਹ ਆਪਣੇ ਐਕਸ਼ਨ ਕਰ ਸਕਣ। into that heaven of freedom my father let my country awake। ਫਿਰ ਅਖੀਰ ਤੇ ਉਹ ਇਸ ਪੋਇਮ ਨੂੰ ਸਮ ਅਪ ਕਰਦੇ ਹੋਏ ਕਹਿੰਦੇ ਹਨ ਕਿ ਇਹੋ ਜਿਹੀ ਆਜ਼ਾਦੀ ਦੇ ਸਵਰਗ ਦੇ ਵਿੱਚ ਹੇ ਮੇਰੇ ਪਰਮਾਤਮਾ ਮੇਰੀ ਕੰਟਰੀ ਦੇ ਲੋਕ ਆਨੰਦ ਮਾਣਨ। ਸੋ ਇਹ ਸੀ ਪੋਇਮ where the mind is without fear, ਬਹੁਤ ਅੱਛੀ ਪੋਇਮ written by ਰਵਿੰਦਰਨਾਥ ਟੈਗੋਰ। ਆਓ ਕੁਝ ਰਵਿੰਦਰਨਾਥ ਟੈਗੋਰ ਜੀ ਬਾਰੇ ਵੀ ਪੜ੍ਹੀਏ। ਰਵਿੰਦਰਨਾਥ ਟੈਗੋਰ was born in 1861 in an aristocratic family of Bengal। ਕਿ ਰਵਿੰਦਰਨਾਥ ਟੈਗੋਰ ਜੀ ਦਾ ਸਨ 1861 ਵਿੱਚ ਬੰਗਾਲ ਦੀ ਇੱਕ ਉੱਚ ਫੈਮਿਲੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਟੈਗੋਰ had no formal education। ਟੈਗੋਰ ਜੀ ਦੀ ਕੋਈ ਰਸਮੀ ਸਿੱਖਿਆ ਨਹੀਂ ਸੀ, yet he was a genius। ਫਿਰ ਵੀ ਉਹ ਜੀਨੀਅਸ ਸਨ, ਮਹਾਨ ਸਨ। in 1912 ਵਿੱਚ when he sailed to England, ਜਦੋਂ ਉਹ ਸਮੁੰਦਰੀ ਰਸਤੇ ਇੰਗਲੈਂਡ ਗਏ, he translated some of his poems and plays for his English friends। ਤਾਂ ਉਹਨਾਂ ਨੇ ਆਪਣੀਆਂ ਕੁਝ ਕਵਿਤਾਵਾਂ ਅਤੇ ਕੁਝ ਨਾਟਕ ਆਪਣੇ ਇੰਗਲਿਸ਼ ਦੋਸਤਾਂ ਲਈ ਟਰਾਂਸਲੇਟ ਕੀਤੇ। The collection was published under the title of the Gitanjali। ਤਾਂ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੇ ਟਰਾਂਸਲੇਸ਼ਨ ਇੰਗਲਿਸ਼ 'ਚ ਕੀਤੀ, ਉਹਦੀ ਕਲੈਕਸ਼ਨ ਕਰਕੇ ਉਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਤੇ ਉਸ ਕਿਤਾਬ ਦਾ ਨਾਮ ਰੱਖਿਆ ਗਿਆ The Gitanjali, with an introduction by Yeats and won Tagore the Nobel Prize in Literature।
ਉਸ ਕਿਤਾਬ ਦੀ ਇੰਟਰੋਡਕਸ਼ਨ ਇੱਕ ਬਹੁਤ ਹੀ ਵੱਡੇ ਕਵੀ ਯੀਟਸ ਦੁਆਰਾ ਲਿਖੀ ਗਈ, ਜਿਸ ਨੇ ਕਿ ਟੈਗੋਰ ਨੂੰ ਸਾਹਿਤ ਦੇ ਖੇਤਰ ਵਿੱਚ ਨੋਬਲ ਪ੍ਰਾਈਜ਼ ਵੀ ਦਿਵਾਇਆ। ਟੈਗੋਰ ਇਜ਼ ਦਾ ਮੋਸਟ ਵਰਸੇਟਾਈਲ ਜੀਨੀਅਸ। ਟੈਗੋਰ ਇੱਕ ਬਹੁਪੱਖੀ ਸ਼ਖਸੀਅਤ ਦਾ ਮਾਲਕ ਹੈ। ਹੀ ਰੋਟ ਪੋਇਟਰੀ, ਡਰਾਮਾ, ਨੋਵਲ, ਸ਼ਾਰਟ ਸਟੋਰੀਜ਼, ਐਸੇਜ਼ ਐਂਡ ਲਿਟਰੇਰੀ ਕ੍ਰਿਟਿਸਿਜ਼ਮ। ਉਸਨੇ ਕਵਿਤਾ, ਡਰਾਮਾ, ਨਾਵਲ, ਮਿੰਨੀ ਕਹਾਣੀਆਂ, ਲੇਖ ਅਤੇ ਕਈ ਤਰ੍ਹਾਂ ਦੀਆਂ ਸਾਹਿਤਕ ਆਲੋਚਨਾਵਾਂ ਲਿਖੀਆਂ। ਹੀ ਵਾਜ਼ ਐਨ ਐਕਟਰ, ਉਹ ਇੱਕ ਐਕਟਰ ਸੀ। ਐਨ ਐਜੂਕੇਸ਼ਨਿਸਟ, ਇੱਕ ਸਿੱਖਿਆ ਸ਼ਾਸਤਰੀ ਸੀ। ਐਂਡ ਸੋਸ਼ਲ ਰਿਫਾਰਮਰ, ਅਤੇ ਇੱਕ ਸਮਾਜ ਸੁਧਾਰਕ ਸੀ। ਹੀ ਇਜ਼ ਰਿਵੀਰਡ ਬਾਈ ਐਵਰੀ ਇੰਡੀਅਨ। ਰਿਵੀਰਡ ਹੁੰਦਾ ਹੈ ਪੂਜਿਆ ਜਾਣਾ। ਉਹ ਹਰ ਇੱਕ ਭਾਰਤੀ ਦੁਆਰਾ ਪੂਜੇ ਜਾਂਦੇ ਹਨ।